ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਜਿਹੜਾ ਸਾਡਾ ਅਗਲਾ ਟੌਪਿਕ ਹੈ ਉਹ ਹੈ ਆਦਿ ਗ੍ਰੰਥ ਸਾਹਿਬ। ਸਿੱਖਾਂ ਦਾ ਪਵਿੱਤਰ ਅਤੇ ਧਾਰਮਿਕ ਪੁਸਤਕ ਹੈ। ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਦਿੱਤੀ ਗਈ ਇੱਕ ਮਹੱਤਵਪੂਰਨ ਦੇਣ ਹੈ। ਇਹ ਨਾ ਕੇਵਲ ਇੱਕ ਪਵਿੱਤਰ ਧਾਰਮਿਕ ਗ੍ਰੰਥ ਹੈ, ਸਗੋਂ ਇੱਕ ਉਸ ਸਮੇਂ ਦੇ ਸਮਕਾਲੀ ਸਮੁੱਚੇ ਸੰਤ ਸਾਹਿਤ ਦਾ ਇੱਕ ਉਤਕ੍ਰਿਸ਼ਟ ਸੰਕਲਨ ਵੀ ਹੈ। ਸਿੱਖਾਂ ਦੇ ਮਨ ਵਿੱਚ ਇਸ ਦਾ ਉਹੀ ਆਦਰ ਸਤਿਕਾਰ ਅਤੇ ਸ਼ਰਧਾ ਹੈ ਜੋ ਕਿ ਕੁਰਾਨ ਲਈ ਮੁਸਲਮਾਨਾਂ ਦੇ ਮਨ ਵਿੱਚ ਹੈ, ਬਾਈਬਲ ਲਈ ਈਸਾਈਆਂ ਦੇ ਅਤੇ ਵੇਦ ਰਾਮਾਇਣ ਮਹਾਭਾਰਤ ਅਤੇ ਗੀਤਾ ਦੇ ਲਈ ਹਿੰਦੂਆਂ ਦੇ ਮਨ ਵਿੱਚ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਉਹਨਾਂ ਤੋਂ ਬਾਅਦ ਆਦਿ ਗ੍ਰੰਥ ਨੂੰ ਹੀ ਗੁਰੂ ਮੰਨਿਆ ਜਾਵੇ। ਉਦੋਂ ਤੋਂ ਇਸ ਨੂੰ ਪ੍ਰਗਟ ਗੁਰਾਂ ਦੀ ਦੇਹ ਦੇ ਨਾਮ ਨਾਲ ਮੰਨਿਆ ਜਾਂਦਾ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਵੀ ਇਹ ਗ੍ਰੰਥ ਇਸ ਲਈ ਲਾਭਦਾਇਕ ਹੈ ਕਿਉਂਕਿ ਇਹ ਉਸ ਸਮੇਂ ਦੀਆਂ ਰਾਜਨੀਤਿਕ, ਸਮਾਜਿਕ, ਆਰਥਿਕ ਦਸ਼ਾਵਾਂ ਅਤੇ ਪਰੰਪਰਾਵਾਂ 'ਤੇ ਮਹੱਤਵਪੂਰਨ ਰੌਸ਼ਨੀ ਪਾਉਂਦਾ ਹੈ। ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਇਸ ਦੇ ਸੰਕਲਨ ਦੀ ਲੋੜ ਕਿਉਂ ਪਈ, ਕਿਉਂ ਰਚਨਾ ਕਰਨੀ ਪਈ। ਇਸ ਦੇ ਕਈ ਕਾਰਨ ਸਨ। ਸਿੱਖ ਧਰਮ ਦੀ ਲੋਕਪ੍ਰਿਯਤਾ ਵਧਣ ਅਤੇ ਦੂਰ ਦੂਰ ਤੱਕ ਫੈਲ ਜਾਣ 'ਤੇ ਗੁਰੂ ਸਾਹਿਬ ਦੇ ਲਈ ਦੂਰ ਦੇ ਲੋਕਾਂ ਨੂੰ ਉਪਦੇਸ਼ ਦੇਣਾ ਲਗਭਗ ਅਸੰਭਵ ਹੋ ਗਿਆ ਸੀ। ਇਸ ਲਈ ਕਿਸੇ ਅਜਿਹੇ ਗ੍ਰੰਥ ਦੀ ਲੋੜ ਸੀ ਜਿਹੜਾ ਉਹਨਾਂ ਲੋਕਾਂ ਲਈ ਧਾਰਮਿਕ ਪ੍ਰੇਰਨਾ ਸਰੋਤ ਬਣ ਜਾਏ। ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਪ੍ਰਿਥੀਏ ਨੇ ਖੁਦ ਨੂੰ ਗੁਰੂ ਬਣਾਉਣ ਲਈ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਾਣੀ ਦੀ ਰਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ। ਕੁਝ ਹੋਰ ਸੰਤ ਵੀ ਸਨ ਜੋ ਆਪਣੇ ਮਹੱਤਵ ਨੂੰ ਵਧਾਉਣ ਦੇ ਲਈ ਐਸਾ ਕਰਨ ਲੱਗੇ ਸਨ। ਸਿੱਖ ਧਰਮ ਨੂੰ ਇਸ ਤਰ੍ਹਾਂ ਦੀਆਂ ਝੂਠੀਆਂ ਬਾਣੀਆਂ ਅਤੇ ਪ੍ਰਚਾਰ ਤੋਂ ਸੁਰੱਖਿਅਤ ਰੱਖਣ ਲਈ ਗੁਰੂ ਸਾਹਿਬ ਨੇ ਇੱਕ ਪ੍ਰਮਾਣਿਤ ਗ੍ਰੰਥ ਦਾ ਸੰਕਲਨ ਕਰਨਾ ਫੈਸਲਾ ਕੀਤਾ। ਭਵਿੱਖ ਵਿੱਚ ਸਿੱਖਾਂ ਦੀ ਧਾਰਮਿਕ ਪ੍ਰੇਰਨਾ ਅਤੇ ਸ਼ਬਦ ਗਾਇਨ ਦੇ ਲਈ ਇੱਕ ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਦੀ ਲੋੜ ਸੀ ਤਾਂ ਕਿ ਸਿੱਖ ਕਿਸੇ ਵੀ ਵਕਤ ਗੁੰਮਰਾਹ ਨਾ ਹੋਣ, ਨਾ ਹੀ ਸਿੱਖ ਧਰਮ ਦੀਆਂ ਸਿੱਖਿਆਵਾਂ ਦੇ ਉਲਟ ਕਿਸੇ ਧਾਰਮਿਕ ਵਿਚਾਰਧਾਰਾ ਦਾ ਇਹਨਾਂ ਵਿੱਚ ਪ੍ਰਚਾਰ ਹੋਵੇ। ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਲਈ ਅਲੱਗ ਪਹਿਚਾਣ ਕਾਇਮ ਰੱਖਣ ਲਈ ਵੀ ਇਸ ਦੀ ਵਿਚਾਰਧਾਰਾ ਨਾਲ ਸੰਬੰਧਿਤ ਰੱਖਣ ਲਈ ਕਿਸੇ ਵਿਸ਼ੇਸ਼ ਗ੍ਰੰਥ ਦੀ ਰਚਨਾ ਕਰਨਾ ਅਤੇ ਆਪਣਾ ਧਾਰਮਿਕ ਅਤੇ ਪਵਿੱਤਰ ਕਰਤੱਵ ਸਮਝਦੇ ਸਨ। ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ 4 ਗੁਰੂਆਂ ਨੇ ਬਾਣੀ ਦੀ ਰਚਨਾ ਕੀਤੀ ਸੀ। ਉਸ ਨੂੰ ਕੁਝ ਹੱਦ ਤੱਕ ਇਕੱਠਾ ਵੀ ਕੀਤਾ ਜਾ ਚੁੱਕਿਆ ਸੀ। ਖੁਦ ਗੁਰੂ ਸਾਹਿਬ ਦੀ ਬਾਣੀ ਦੀ ਰਚਨਾ ਵਿੱਚ ਰੁਚੀ ਵੀ ਸੀਗੀ। ਇਹ ਆਧਾਰ ਤਾਂ ਪਹਿਲਾਂ ਹੀ ਬਣਿਆ ਹੋਇਆ ਸੀ, ਪਰੰਤੂ ਗੁਰੂ ਅਰਜਨ ਦੇਵ ਜੀ ਨੇ ਇਸ ਗ੍ਰੰਥ ਦਾ ਸੰਕਲਨ ਕਰਕੇ ਆਪਣੀ ਸਾਹਿਤਕ ਪ੍ਰਤਿਭਾ ਨੂੰ ਠੋਸ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਆਦਿ ਗ੍ਰੰਥ ਦੇ ਸੰਕਲਨ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਚੌਥੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਿੱਖਾਂ ਨੂੰ ਗੁਰੂਆਂ ਦੀ ਸੱਚੀ ਅਤੇ ਸੁੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ। ਉਹਨਾਂ ਨੇ ਲਿਖਿਆ ਸੀ, ਆਵੋ ਸਿੱਖ ਸਤਿਗੁਰ ਕੇ ਪਿਆਰੇ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰ ਕੇਰੀ, ਬਾਣੀਆਂ ਸਿਰ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਵੈਸੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਉੱਥੇ 2 ਸਕ੍ਰਿਪਚਰ ਹਨ, 2 ਤਰ੍ਹਾਂ ਦੇ ਗ੍ਰੰਥ ਹਨ ਜਿਹੜੇ ਕਿ ਸਿੱਖ ਇਤਿਹਾਸ ਲਈ ਉਹਨਾਂ ਦੇ ਧਾਰਮਿਕ ਗ੍ਰੰਥ ਹਨ। ਇੱਕ ਤਾਂ ਹੈ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਆਦਿ ਗ੍ਰੰਥ ਕਿਹਾ ਜਾਂਦਾ ਹੈ, ਅਤੇ ਇੱਕ ਹੈ ਦਸਮ ਗ੍ਰੰਥ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਦੀ ਰਚਨਾ ਕੀਤੀ ਸੀਗੀ। ਆਦਿ ਗ੍ਰੰਥ ਦੀ ਰਚਨਾ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਕੀਤੀ ਗਈ ਸੀ। ਗੁਰੂ ਦਾ ਕੀ ਅਰਥ ਹੈ? ਗੁਰੂ ਮੀਨ ਸਪਿਰਿਚੁਅਲ ਟੀਚਰ ਹੂ ਡਿਸਪੈਲਸ ਦ ਇਗਨੋਰੈਂਸ, ਜੋ ਕਿ ਅਗਿਆਨਤਾ ਨੂੰ ਦੂਰ ਕਰਦਾ ਹੈ। ਗ੍ਰੰਥ ਸਕ੍ਰਿਪਚਰ ਕੰਟੇਨਿੰਗ ਡਿਵਾਈਨ ਨੌਲੇਜ, ਜਿਸ ਵਿੱਚ ਦੈਵੀ ਨੌਲੇਜ ਦਿੱਤੀ ਹੋਵੇ, ਦੈਵੀ ਸਾਹਿਤ ਦਿੱਤਾ ਹੋਵੇ। ਸਾਹਿਬ ਇਜ਼ ਐਡਿਡ ਐਜ਼ ਏ ਮਾਰਕ ਆਫ ਰਿਸਪੈਕਟ, ਇਸ ਦੇ ਵਿੱਚ ਸਾਹਿਬ ਇਸ ਲਈ ਲਗਾਇਆ ਗਿਆ ਹੈ ਤਾਂ ਕਿ ਇਸ ਨੂੰ ਰਿਸਪੈਕਟ ਦਿੱਤੀ ਜਾਵੇ, ਕਿਉਂਕਿ ਲਿਟਰਲੀ ਮੀਨ ਦਾ ਮਾਸਟਰ ਦਾ ਲਾਰਡ ਹੁੰਦਾ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਖੁਦ ਇੱਕ ਗੁਰੂ ਹਨ। ਇਹ ਇੱਕ ਜੀਂਦੇ ਜਾਗਦੇ ਇੱਕ ਇਹੋ ਜਿਹੇ ਨਿਰਮਾਤਾ ਹਨ, ਲਿਵਿੰਗ ਮਾਸਟਰ ਜਿਸ ਨੂੰ ਕਿਹਾ ਜਾਂਦਾ ਹੈ। ਇਸ ਨੂੰ ਔਰਤ ਅਤੇ ਮਰਦ
दोनों पढ़ सकते हैं, इस विच कोई वितकरा नहीं किया गया। और रिलीजियस एक्टिविटी ऑफ द सिक्स आर फोकस्ड अपॉन एंड रिवॉल्व्स अराउंड द स्पिरिचुअल स्क्रिप्चर। और सिखां ਦੀਆਂ ਜਿੰਨੀਆਂ ਵੀ ਰਿਲੀਜੀਅਸ ਐਕਟੀਵਿਟੀ ਹੈ ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਦੁਆਲੇ ਹੀ ਘੁੰਮਦੀਆਂ ਹਨ। ਇਸ ਦੇ ਵਿੱਚ ਗੁਰੂਆਂ ਤੋਂ ਇਲਾਵਾ ਕੁਝ ਮੁਸਲਿਮ ਅਤੇ ਹਿੰਦੂ ਸੰਤਾਂ ਦੀ ਵੀ ਬਾਣੀ ਰਚਿਤ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਗੱਲ ਕਹੀ ਗਈ ਹੈ, ਇੱਕ ਓਂਕਾਰ, ਯਾਨੀ ਕਿ ਸਭ ਦਾ ਪਰਮਾਤਮਾ ਇੱਕ ਹੈ। ਜੋ ਅਸੀਂ ਕਿ ਗੁਰੂ ਨਾਨਕ ਦੇਵ ਜੀ ਦੀ ਟੀਚਿੰਗ ਜਦੋਂ ਕੀਤੀ ਸੀ ਉਦੋਂ ਇਹ ਚੀਜ਼ ਕੀਤੀ ਸੀਗੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੂਲ ਮੰਤਰ ਦਾ ਪਾਠ ਹੈ ਔਰ ਇਹ ਪੂਰੇ ਸਿੱਖ ਧਰਮ ਦੇ ਗ੍ਰੰਥ ਦਾ ਨਿਚੋੜ ਵੀ ਹੈ। ਯਾਨੀ ਕਿ ਪਰਮਾਤਮਾ ਇੱਕ ਹੈ, ਉਹ ਸਰਵ ਸ਼ਕਤੀਮਾਨ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਔਰ ਇਹ ਸਭ ਦੇ ਲਈ ਇੱਕ ਬਰਾਬਰ ਹੈ। ਮੂਲ ਮੰਤਰ ਨੂੰ ਬੇਸਿਕ ਕਿਹਾ ਜਾਂਦਾ ਆ ਕਿਉਂਕਿ ਦੇਰ ਇਜ਼ ਬਟ ਵਨ ਗੋਡ, ਉਹ ਇੱਕ ਗੋਡ ਦੀ ਗੱਲ ਕਰਦਾ ਹੈ। ਟਰੂ ਹਿਜ਼ ਨੇਮ, ਉਸ ਦਾ ਨਾਮ ਇੱਕ ਹੈ, ਉਹ ਕ੍ਰੀਏਟਰ ਹੈ, ਵਿਦਾਊਟ ਫੇਅਰ ਹੈ, ਵਿਦਾਊਟ ਐਨਮਿਟੀ ਹੈ, ਵਿਦਾਊਟ ਬਰਥ ਹੈ, ਅਨਬੋਰਨ ਹੈ, ਸੈਲਫ ਇਲੂਮੀਨਾਈਡ ਹੈ। The entire ਮੂਲ ਮੰਤਰ is repeated 33 times in the ਗ੍ਰੰਥ। ਇਸ ਨੂੰ 33 ਵਾਰ ਮੂਲ ਮੰਤਰ ਨੂੰ ਰਿਪੀਟ ਕੀਤਾ ਗਿਆ ਹੈ and is repeated 524 times in a short form ਅਤੇ ਸ਼ਾਰਟ ਫਾਰਮ ਦੇ ਵਿੱਚ ਇਹਨੂੰ 524 ਵਾਰ ਰਿਪੀਟ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗ੍ਰੰਥ ਦੀ ਰਚਨਾ ਕੀਤੀ। ਇਟਰਨਲ ਗੁਰੂ ਦੀ ਉਹਨਾਂ ਨੇ ਸਪਿਰਿਚੁਅਲਿਟੀ ਦੀ ਉਹਨਾਂ ਨੇ ਗੱਲ ਕੀਤੀ। ਉਹਨਾਂ ਦੇ ਗ੍ਰੰਥ ਨੂੰ ਦਸਮ ਗ੍ਰੰਥ ਕਿਹਾ ਜਾਂਦਾ ਹੈ। ਬਟ ਗੁਰੂ ਗ੍ਰੰਥ ਸਾਹਿਬ ਜੋ ਹੈ ਇਸ ਦੇ ਵਿੱਚ 1430 ਪੇਜ ਹੈ, 5894 ਸ਼ਬਦ ਹਨ ਔਰ 31 ਰਾਗਾਂ ਵਿੱਚ ਰਚਿਆ ਹੋਇਆ ਹੈ। ਇਸ ਦੇ ਵਿੱਚ ਟੋਟਲ ਗੁਰੂਆਂ ਦਾ, ਉਹਨਾਂ ਦੀ ਅਧਿਆਤਮਿਕਤਾ ਦਾ ਵਰਣਨ ਹੈ। ਅਗਰ ਇਸ ਦੀ ਸਮੱਗਰੀ ਇਕੱਠੀ ਕਰਨ ਦੀ ਗੱਲ ਕਰੀਏ ਕਿ ਇਹ ਸਮੱਗਰੀ ਕਿੱਥੋਂ ਕਿੱਥੋਂ ਮਿਲੀ, ਤਾਂ ਗੁਰੂ ਸਾਹਿਬ ਅਤੇ ਸੰਤ ਫਕੀਰਾਂ ਦੀ ਬਾਣੀ ਦਾ ਸੰਗ੍ਰਹਿ, ਸੰਕਲਨ ਅਤੇ ਸੰਪਾਦਨ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਕੰਮ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਅਣਥੱਕ ਮਿਹਨਤ ਕੀਤੀ, ਸਾਹਿਤ ਯੋਗਤਾ ਦਾ ਸਬੂਤ ਦਿੱਤਾ। ਗੁਰੂ ਅਮਰਦਾਸ ਜੀ ਨੇ ਪਹਿਲੇ 3 ਗੁਰੂਆਂ ਦੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੀ ਬਾਣੀ ਨੂੰ ਆਪਣੇ ਪੋਤੇ ਸਹਿੰਸ ਦਾਸ ਬਾਬਾ ਮੋਹਨ ਦਾ ਜੋ ਪੁੱਤਰ ਸੀਗਾ ਉਸ ਦੇ ਸਹਿਯੋਗ ਨਾਲ ਗੋਇੰਦਵਾਲ ਦੀਆਂ ਪੋਥੀਆਂ ਦੇ ਰੂਪ ਵਿੱਚ ਇਕੱਠਾ ਕੀਤਾ ਹੋਇਆ ਸੀ। ਇਹ ਬਾਣੀ ਹੁਣ ਬਾਬਾ ਮੋਹਨ ਜੀ ਦੇ ਕੋਲ ਪਈ ਸੀਗੀ ਕਿਉਂਕਿ ਉਸ ਨੂੰ ਗੁਰਗੱਦੀ ਨਹੀਂ ਮਿਲੀ ਸੀ, ਇਸ ਕਰਕੇ ਉਹ ਇਸ ਬਾਣੀ ਨੂੰ ਗੁਰੂ ਸਾਹਿਬ ਨੂੰ ਦੇਣ ਲਈ ਤਿਆਰ ਨਹੀਂ ਸੀ। ਗੁਰੂ ਅਰਜਨ ਦੇਵ ਨੇ ਉਸ ਕੋਲ ਭਾਈ ਗੁਰਦਾਸ ਅਤੇ ਭਾਈ ਬਾਬਾ ਬੁੱਢਾ ਜੀ ਨੂੰ ਇਹ ਬਾਣੀ ਲੈਣ ਲਈ ਭੇਜਿਆ, ਪਰ ਉਸਨੇ ਸਾਫ਼ ਨਾ ਕਰ ਦਿੱਤੀ। ਫਿਰ ਗੁਰੂ ਸਾਹਿਬ ਉਸ ਦੇ ਦਰਵਾਜ਼ੇ 'ਤੇ ਕਈ ਵਾਰ ਗਏ ਅਤੇ ਇੱਕ ਸ਼ਬਦ ਪੜ੍ਹ ਕੇ ਗੁਰਬਾਣੀ ਉਹਨਾਂ ਨੂੰ ਸੌਂਪ ਦੇਣ ਲਈ ਪ੍ਰਾਰਥਨਾ ਕੀਤੀ। ਬਾਬਾ ਮੋਹਨ ਉਹਨਾਂ ਦੀ ਗੁਰਬਾਣੀ ਸੰਕਲਨ ਕਰਨ ਦੇ ਉੱਚੇ ਉਦੇਸ਼ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਕਰਕੇ ਉਸਨੇ ਗੋਇੰਦਵਾਲ ਦੀਆਂ ਪੋਥੀਆਂ ਅਤੇ ਹੋਰ ਸਮੱਗਰੀ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤੀ। ਚੌਥੇ ਗੁਰੂ ਦੀ ਬਾਣੀ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਦੇ ਕੋਲ ਸੀ। ਖੁਦ ਵੀ ਉਹਨਾਂ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਸੀ। ਉਸ ਤੋਂ ਇਲਾਵਾ ਉਹਨਾਂ ਨੇ ਅਨੇਕ ਹਿੰਦੂ ਸੰਤ, ਮੁਸਲਿਮ ਫਕੀਰ ਦੀ ਬਾਣੀ ਇਕੱਠੀ ਕੀਤੀ ਸੀਗੀ ਅਤੇ ਅੰਮ੍ਰਿਤਸਰ ਵਿੱਚ ਰਾਮਸਰ ਦੇ ਕਿਨਾਰੇ ਸੁੰਦਰ ਕੁਦਰਤ ਦੀ ਗੋਦੀ ਵਿੱਚ ਬੈਠ ਕੇ ਆਦਿ ਗ੍ਰੰਥ ਨੂੰ ਲਿਖਣ ਦਾ ਕੰਮ ਸ਼ੁਰੂ ਕੀਤਾ। ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਹੁਕਮ ਨਾਲ ਲਿਖਦੇ ਜਾਂਦੇ ਸਨ। ਲਗਭਗ 1 ਸਾਲ ਦੀ ਸਖਤ ਮਿਹਨਤ ਤੋਂ ਬਾਅਦ 1604 ਵਿੱਚ ਆਦਿ ਗ੍ਰੰਥ ਦੇ ਸੰਕਲਨ, ਸੰਪਾਦਨ ਅਤੇ ਲਿਖਣ ਦਾ ਕੰਮ ਪੂਰਾ ਹੋਇਆ। ਬੜੀ ਹੀ ਸ਼ਰਧਾ ਦੇ ਨਾਲ 1604 ਈਸਵੀ ਅਗਸਤ ਵਿੱਚ ਇਸ ਮਹਾਨ ਗ੍ਰੰਥ ਦਾ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੁਕਤ ਕੀਤੇ ਗਏ। ਇਹ ਵੀ ਹੁਕਮ ਦਿੱਤਾ ਗਿਆ ਕਿ ਉੱਥੇ ਸਿਰਫ ਬਾਣੀ ਦਾ ਹੀ ਪਾਠ ਕੀਤਾ ਜਾਵੇਗਾ, ਉਸ 'ਤੇ ਕੋਈ ਵਿਆਖਿਆ ਜਾਂ ਭਾਸ਼ਣ ਆਦਿ ਨਹੀਂ ਦਿੱਤਾ ਜਾਏਗਾ। ਔਰ ਅਗਰ ਗ੍ਰੰਥ ਸਾਹਿਬ ਦੇ ਵਿੱਚ ਯੋਗਦਾਨ ਦੀ ਗੱਲ ਕੀਤੀ ਜਾਵੇ, ਕਿਸ ਕਿਸ ਨੇ ਯੋਗਦਾਨ ਦਿੱਤਾ, ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ 974 ਜਾਂ 974
ਔਰ 976 ਸ਼ਬਦ ਹਨ। ਗੁਰੂ ਅੰਗਦ ਦੇਵ ਜੀ 61 ਔਰ 62 ਅਤੇ ਗੁਰੂ ਅਮਰਦਾਸ ਜੀ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2218 ਸ਼ਬਦ ਅੰਕਿਤ ਹਨ। ਬਾਅਦ ਵਿੱਚ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਅਤੇ 2 ਸਲੋਕ ਵੀ ਦਰਜ ਕਰ ਦਿੱਤੇ ਗਏ। ਇਸ ਤੋਂ ਇਲਾਵਾ 16 ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਬਾਬਾ ਫਰੀਦ, ਜੈਦੇਵ, ਕਬੀਰ, ਨਾਮਦੇਵ, ਤ੍ਰਿਲੋਚਨ, ਪਰਮਾਨੰਦ, ਧੰਨਾ ਰਾਮਾਨੰਦ, ਸੂਰਦਾਸ, ਭੀਖਣ, ਰਵਿਦਾਸ, ਇਸ ਤੋਂ ਇਲਾਵਾ ਬਲਵੰਤ, ਸੱਤਾ ਅਤੇ ਮਰਦਾਨਾ ਦੀ ਬਾਣੀ ਵੀ ਗ੍ਰੰਥ ਵਿੱਚ ਦਰਜ ਹੈ। ਕਬੀਰ ਜੀ ਦੇ 541 ਸ਼ਬਦ ਇਸ ਗ੍ਰੰਥ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਜਾਲਪ, ਨਲ, ਬਲ, ਜਾਲ, ਭੀਖਾ, ਹਰਵੰਸ, 11 ਭੱਟਾਂ ਦੇ ਸ਼ਬਦ 125 ਸ਼ਬਦ ਅੰਕਿਤ ਹਨ। ਸਮਕਾਲੀ ਸ਼ਾਹ ਹੁਸੈਨ, ਪੀਲੂ, ਛੱਜੂ ਦੀ ਬਾਣੀ ਸੰਕਲਿਤ ਨਹੀਂ, ਕਿਉਂਕਿ ਉਹਨਾਂ ਦੀਆਂ ਰਚਨਾਵਾਂ ਵਿੱਚ ਧਾਰਮਿਕ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ ਸੀ ਔਰ ਰੂਹਾਨੀ ਦੀ ਥਾਂ ਜਿਸਮਾਨੀ ਪਿਆਰ ਦੀ ਗੱਲ ਕਰਦੇ ਸੀ, ਕਿਉਂਕਿ ਜਿੰਨੇ ਵੀ ਸੰਤਾਂ ਭਗਤਾਂ ਦੀ ਬਾਣੀ ਲਈ ਗਈ ਉਹ ਸਾਰੇ ਹੀ ਗੁਰੂ ਜੀ ਦੀਆਂ, ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗ ਦੇ ਉੱਪਰ, ਜੋ ਉਹਨਾਂ ਦੇ ਸਟੈਂਡਰਡ ਦੇ ਉੱਪਰ ਪੂਰੀਆਂ ਹੁੰਦੀਆਂ ਸੀ, ਸਿਰਫ ਉਹਨਾਂ ਨੂੰ ਹੀ ਲਿਆ ਗਿਆ। ਔਰ ਉਹਨਾਂ ਦੀਆਂ ਟੀਚਿੰਗਸ ਅਸੀਂ ਆਲਰੇਡੀ ਕਰ ਚੁੱਕੇ ਹਾਂ, ਬਟ ਫਿਰ ਵੀ ਇੱਕ ਵਾਰੀ ਕਰ ਦਿੰਦੇ ਕਿ everyone is answerable to God, ਕਿ ਸਭ ਨੂੰ ਰੱਬ ਨੂੰ ਜਵਾਬ ਦੇਣਾ ਹੁੰਦਾ ਹੈ। no one is saved but for his good deeds, ਜੋ ਚੰਗਾ ਕਰੇਗਾ ਉਸ ਨੂੰ ਚੰਗਾ ਮਿਲੇਗਾ। greed ruins mankind as a mouse boils water, ਜਿਸ ਤਰ੍ਹਾਂ ਕਿ ਪਾਣੀ ਗੰਦਾ ਹੋ ਜਾਂਦਾ ਹੈ ਖੜਾ, ਉਸੇ ਤਰ੍ਹਾਂ ਲਾਲਚ ਬੰਦੇ ਨੂੰ ਗੰਦਾ ਕਰ ਦਿੰਦਾ ਹੈ। whatever pleased God is the best all things and action, God ਆਪਣੇ ਕੰਮਾਂ ਵਿੱਚ ਬਿਲਕੁਲ ਸਹੀ ਹੈ। ਜਾਣੀ ਕਿ ਸ਼ੁਕਰਾਨਾ ਅਤੇ ਉਸਦੀ ਜੋ ਰਹਿਮ ਹੈ ਉਸ ਦੇ ਉੱਪਰ ਵਿਸ਼ਵਾਸ ਰੱਖਣਾ। ਅਬਾਊਟ ਗੋਡ ਦਾ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ what pervades the universe also dwells in the human body, he who searches for him shall find him there। ਔਰ ਗੁਰੂ ਜੀ ਕਹਿੰਦੇ ਹਨ ਅਗਰ ਪਰਮਾਤਮਾ ਨੂੰ ਪ੍ਰਾਪਤ ਕਰਨਾ ਤੇ ਕਿਤੇ ਪਹਾੜਾਂ 'ਤੇ ਜਾਂ ਦੂਰ ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਅੰਦਰ ਹੀ ਪਰਮਾਤਮਾ ਨੂੰ ਫਾਈਂਡ ਕੀਤਾ ਜਾ ਸਕਦਾ ਹੈ। ਈਗੋ ਹਮੇਸ਼ਾ ਹੀ ਬੰਦੇ ਦਾ ਬਹੁਤ ਵੱਡਾ ਦੁਸ਼ਮਣ ਹੈ, ਤਾਂ ਇਸ ਨੂੰ ਛੱਡਣਾ ਚਾਹੀਦਾ ਹੈ। ਭਗਤ ਸੂਰਦਾਸ ਸੇਜ਼ ਇਨ ਗੁਰੂ ਗ੍ਰੰਥ ਸਾਹਿਬ, ਓ ਮਾਈਂਡ ਲੀਵ ਦਾ ਕੰਪਨੀ ਆਫ ਦੋਜ਼ who have turned away from God, ਕਿ ਇਹ ਉਹਨਾਂ ਲਈ ਹੈ ਜੋ ਕਿ ਪ੍ਰਭੂ ਤੋਂ ਦੂਰ ਹਨ। ਗੁਰੂ ਰਾਮਦਾਸ ਜੀ ਕਹਿੰਦੇ ਹਨ ਕੀਪ ਅਵੇ ਫਰੋਮ ਦਾ ਐਸੋਸੀਏਸ਼ਨ ਵਿਦ ਲਸਟ, ਵਰੈਥ, ਗਰੀਡ, ਅਟੈਚਮੈਂਟ, ਪ੍ਰਾਈਡ, ਵੇਰੀਅਸ ਟੇਸਟ ਆਫ ਈਵਲ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਗੁਰੂ ਰਾਮਦਾਸ ਜੀ ਨੇ ਜ਼ੋਰ ਪਾਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਅਗਰ ਗੱਲ ਕੀਤੀ ਜਾਵੇ, ਇਹ ਸੋਸ਼ਲ ਆਰਡਰ ਅਤੇ ਕਮਿਟਮੈਂਟ ਆਫ ਸੋਸ਼ਲ ਐਂਡ ਜੈਂਡਰ ਇਕੁਐਲਿਟੀ ਐਂਡ ਪੀਸਫੁਲ ਦੀ ਗੱਲ ਕਰਦਾ ਹੈ। ਕਿਸ ਤਰ੍ਹਾਂ ਦੀ ਡਰੈਸ ਪਾਉਂਦੇ ਆ? ਇਹ ਕੇਸ਼ ਰੱਖਣੇ, ਕੰਗਾ ਯੂਜ਼ ਕਰਨਾ, ਕੜਾ ਯੂਜ਼ ਕਰਨਾ, ਕਿਰਪਾਨ ਅਤੇ ਕਛਹਿਰਾ, ਇਹ ਬਾਅਦ ਵਿੱਚ ਇਹਨਾਂ ਨੂੰ ਜੋੜਿਆ ਗਿਆ ਸੀ ਜਦੋਂ ਸਿੱਖ ਧਰਮ ਨੂੰ ਫੋਰਮੇਸ਼ਨ ਕਰ ਦਿੱਤੀ ਗਈ ਸੀ ਖਾਲਸਾ ਪੰਥ ਦੇ ਰੂਪ ਵਿੱਚ। ਤੋ ਇਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਹੋਰ ਆਦਿ ਗ੍ਰੰਥ ਦੇ ਬਾਰੇ ਵਿੱਚ, ਇਸ ਦੀ ਭਾਸ਼ਾ ਅਤੇ ਲਿਪੀ ਬਾਰੇ ਦੱਸਣਾ ਚਾਹੁੰਦੀ ਹਾਂ, ਕਿਉਂਕਿ ਦਸਮ ਗ੍ਰੰਥ ਔਰ ਬਾਕੀ ਦੀ ਜੋ ਖਾਲਸਾ ਪੰਥ ਆ ਉਹ ਅਸੀਂ ਬਾਅਦ ਵਿੱਚ ਕਰਾਂਗੇ। ਆਦਿ ਗ੍ਰੰਥ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ। ਮੁੱਖ ਰੂਪ ਵਿੱਚ ਇਸ ਦੀ ਭਾਸ਼ਾ ਪੰਜਾਬੀ ਹੈ, ਪਰ ਅਨੇਕ ਪ੍ਰਦੇਸ਼ਾਂ ਦੇ ਸੰਤਾਂ ਫਕੀਰਾਂ ਦੀ ਬਾਣੀ ਇਸ ਵਿੱਚ ਸੰਕਲਿਤ ਹੋਣ ਕਰਕੇ ਸੰਤ ਭਾਸ਼ਾ ਹਿੰਦੀ, ਸੰਸਕ੍ਰਿਤ, ਗੁਜਰਾਤੀ, ਸਿੰਧੀ, ਮੁਲਤਾਨੀ, ਮਰਾਠੀ, ਫਾਰਸੀ ਅਨੇਕ ਸ਼ਬਦ ਵਰਤੇ ਗਏ ਹਨ। ਔਰ ਅਗਰ ਕਿਸੇ ਇਤਿਹਾਸਕਾਰ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਗੰਡਾ ਸਿੰਘ ਨੇ ਕਿਹਾ ਹੈ ਇਹ ਗ੍ਰੰਥ ਲੋਕ ਭਾਸ਼ਾ ਵਿੱਚ ਲਿਖਿਆ ਗਿਆ ਹੈ। ਇਟ ਇਜ਼ ਰਿਟਨ ਇਨ ਦਾ ਸਪੋਕਨ ਲੈਂਗੁਏਜ ਆਫ ਦਾ ਪੀਪਲ। ਅਸਲ ਵਿੱਚ ਇਹ ਉਸ ਵੇਲੇ ਦੀ ਉੱਤਰੀ ਭਾਰਤ ਦੀ ਸੰਤ ਭਾਸ਼ਾ ਸੀ ਜਿਸ ਵਿੱਚ ਲਗਭਗ ਸਾਰਾ ਸੰਤ ਅਤੇ ਨਾਥ ਸਾਹਿਤ ਰਚਿਆ ਗਿਆ। ਇੱਥੇ ਇਸ ਗੱਲ ਦਾ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿ ਇਸ ਦਾ ਜੋ ਵਿਸ਼ਾ ਵਸਤੂ ਹੈ, ਜੋ ਕੰਟੈਂਟ ਮਟੀਰੀਅਲ ਹੈ, ਉਹ ਕ੍ਰਮਵਾਰ ਗੁਰੂ ਸਾਹਿਬ ਅਨੁਸਾਰ, ਜਾਣੀ ਕਿ ਪਹਿਲੇ ਗੁਰੂ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦੇ ਅਨੁਸਾਰ 31 ਰਾਗਣੀਆਂ ਦੇ ਵਿੱਚ ਰੱਖਿਆ ਗਿਆ।
ਇਹਨਾਂ ਦੀ ਸੂਚੀ ਗ੍ਰੰਥ ਸਾਹਿਬ ਦੇ ਅੰਤ ਵਿੱਚ ਦਿੱਤੀ ਗਈ ਹੈ। ਹਰ ਰਾਗ ਵਿੱਚ ਪਹਿਲਾ ਗੁਰੂ ਨਾਨਕ ਦੇਵ ਜੀ ਅਤੇ ਬਾਅਦ ਵਿੱਚ ਦੂਸਰੇ, ਤੀਸਰੇ, ਚੌਥੇ ਅਤੇ ਪੰਜਵੇਂ ਗੁਰੂ ਦੀ ਬਾਣੀ ਆਉਂਦੀ ਹੈ। ਮੁੱਖ ਰੂਪ ਵਿੱਚ ਆਦਿ ਗ੍ਰੰਥ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾ ਭਾਗ ਜਪਜੀ ਸਾਹਿਬ, ਸੌਦਰ, ਕੀਰਤਨ, ਰਸੋਲਾ ਆਉਂਦੇ ਹਨ। ਦੂਸਰਾ ਭਾਗ ਆਦਿ ਗ੍ਰੰਥ ਦੇ ਸਭ ਤੋਂ ਵਿਸਤਾਰ ਵਾਲਾ ਹਿੱਸਾ ਹੈ। 1154 ਪੰਨਿਆਂ 'ਤੇ ਆਧਾਰਿਤ ਹੈ। ਇਸ ਵਿੱਚ ਗੁਰੂਆਂ ਦੀ ਬਾਣੀ ਨੂੰ ਲੜੀ ਅਨੁਸਾਰ 31 ਰਾਗ ਰਾਗਣੀਆਂ ਵਿੱਚ ਵੰਡਿਆ ਗਿਆ ਹੈ। ਤੀਸਰੇ ਹਿੱਸੇ ਵਿੱਚ ਭਗਤ ਭੱਟਾਂ ਅਤੇ ਗੁਰੂਆਂ ਦੀ ਮਿਲੀ ਜੁਲੀ ਬਾਣੀ ਸੰਕਲਿਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਨਾ ਤਾਂ ਗੁਰੂਆਂ ਦਾ ਜੀਵਨ ਵਿਸਥਾਰ ਦਿੱਤਾ ਗਿਆ ਹੈ ਅਤੇ ਨਾ ਹੀ ਕਿਸੇ ਸਮਾਜਿਕ ਕਾਨੂੰਨ ਜਿਵੇਂ ਕਿ ਕੁਰਾਨ ਵਿੱਚ ਦਿੱਤਾ ਗਿਆ ਦਾ ਜ਼ਿਕਰ ਕੀਤਾ ਹੈ। ਇਹ ਨਿਰੋਲ ਧਾਰਮਿਕ ਗ੍ਰੰਥ ਹੈ ਜਿਸ ਵਿੱਚ ਪ੍ਰਭੂ ਭਗਤੀ ਅਤੇ ਪਰਮਾਤਮਾ ਦੀ ਏਕਤਾ, ਪਰਮਾਤਮਾ ਦੀ ਉਸਤਤੀ, ਉਸ ਦੀ ਮਹਿਮਾ, ਗੁਰੂ ਦਾ ਮਹੱਤਵ, ਮੁਕਤੀ, ਭਗਤੀ, ਸੱਚਖੰਡ ਇਹਨਾਂ ਵਿਸ਼ਿਆਂ ਦੇ ਉੱਪਰ ਡਿਟੇਲ ਵਿੱਚ ਸ਼ਬਦ ਲਿਖੇ ਗਏ ਹਨ। ਆਦਿ ਗ੍ਰੰਥ ਦਾ ਸਿੱਖ ਧਾਰਮਿਕ ਵਿਚਾਰਧਾਰਾ ਨੂੰ ਜਾਣਨ ਲਈ ਇੱਕ ਮਹੱਤਵਪੂਰਨ ਸਰੋਤ ਦੇ ਰੂਪ ਵਿੱਚ ਸਾਹਮਣੇ ਆਇਆ ਅਤੇ ਇਤਿਹਾਸਿਕ ਦ੍ਰਿਸ਼ਟੀ ਤੋਂ ਵੀ ਇਹ ਬਹੁਤ ਲਾਭਦਾਇਕ ਸੀਗਾ। ਇਸ ਲਈ ਸਿੱਖਾਂ ਦੇ ਮਨ ਵਿੱਚ ਦੂਜੇ ਧਰਮਾਂ ਦੇ ਗ੍ਰੰਥ ਕੁਰਾਨ, ਵੇਦ, ਰਮਾਇਣ, ਮਹਾਭਾਰਤ, ਗੀਤਾ, ਬਾਈਬਲ ਦਾ ਜਿੰਨਾ ਆਦਰ ਸਤਿਕਾਰ ਸੀ, ਇਸ ਮਹਾਨ ਗ੍ਰੰਥ ਦੀ ਮਾਨਵਤਾ ਲਈ ਉਹਨਾਂ ਦੇ ਅਧਿਆਤਮਿਕ ਪ੍ਰੇਰਨਾ ਦਾ ਇੱਕ ਮੁੱਖ ਸਰੋਤ ਬਣ ਕੇ ਉਸੇ ਤਰ੍ਹਾਂ ਇਹਦਾ ਆਤਮ ਸਨਮਾਨ ਸਿੱਖਾਂ ਦੇ ਦਿਲ ਵਿੱਚ ਹੈ। ਆਦਿ ਗ੍ਰੰਥ ਦੇ ਸੰਕਲਨ ਨਾਲ ਸਿੱਖਾਂ ਨੂੰ ਹੋਰ ਧਾਰਮਿਕ ਸੰਪਰਦਾਵਾਂ ਦੀ ਤਰ੍ਹਾਂ ਆਪਣੀ ਇੱਕ ਪਵਿੱਤਰ ਧਾਰਮਿਕ ਪੁਸਤਕ ਮਿਲ ਗਈ। ਇਸ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਪ੍ਰਮਾਣਿਕ ਧਾਰਮਿਕ ਗ੍ਰੰਥ ਮਿਲ ਗਿਆ ਔਰ ਉਹਨਾਂ ਨੂੰ ਸਿਰਫ ਇਹ ਹੀ ਨਹੀਂ, ਅਜਿਹਾ ਧਾਰਮਿਕ ਗ੍ਰੰਥ ਜੋ ਕਿ ਅਨੇਕਾਂ ਪੀੜ੍ਹੀਆਂ ਦੇ ਬਾਅਦ ਅੱਜ ਵੀ ਬਿਨਾਂ ਕਿਸੇ ਅੱਖਰ ਦੇ ਫਰਕ ਨਾਲ ਸਾਨੂੰ ਮੌਲਿਕ ਰੂਪ ਵਿੱਚ ਪ੍ਰਾਪਤ ਹੈ। ਆਦਿ ਗ੍ਰੰਥ ਦੇ ਸੰਕਲਨ ਨਾਲ ਸਿੱਖਾਂ ਨੂੰ ਆਪਣੀ ਧਾਰਮਿਕ ਕਿਤਾਬ ਮਿਲੀ। ਉਹਨਾਂ ਨੇ ਵੇਦ, ਕੁਰਾਨ, ਰਮਾਇਣ, ਗੀਤਾ ਆਦਿ ਦਾ ਕੋਈ ਖਾਸ ਧਾਰਮਿਕ ਮਹੱਤਵ ਨਾ ਰਿਹਾ ਔਰ ਸਿੱਖ ਆਦਿ ਗ੍ਰੰਥ ਨੂੰ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਦੀ ਭਾਵਨਾ ਨਾਲ ਮੰਨਦੇ ਹਨ ਅਤੇ ਇਸ ਦੇ ਅੱਗੇ ਸਿਰ ਝੁਕਾਉਂਦੇ ਹਨ। ਆਦਿ ਗ੍ਰੰਥ ਸਿੱਖਾਂ ਨੂੰ ਆਪਣੇ ਹੀ ਢੰਗ ਨਾਲ ਜਨਮ, ਮੌਤ, ਵਿਆਹ, ਖੁਸ਼ੀ, ਗਮੀ ਦੇ ਮੌਕੇ 'ਤੇ ਰੀਤੀ ਰਿਵਾਜ ਮਨਾਉਣ ਦਾ ਇੱਕ ਨਿਸ਼ਚਿਤ ਦਿਸ਼ਾ ਮਿਲ ਗਈ। ਸਾਹਿਤਕ ਦ੍ਰਿਸ਼ਟੀ ਤੋਂ ਵੀ ਆਦਿ ਗ੍ਰੰਥ ਭਾਰਤੀ ਸਾਹਿਤ ਦਾ ਅਨਮੋਲ ਖਜ਼ਾਨਾ ਹੈ। ਇਸ ਦੀ ਸਾਹਿਤਕ ਸ੍ਰੇਸ਼ਟਤਾ ਦੇ ਸੰਬੰਧ ਵਿੱਚ ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿਤਾਬਾਂ ਲਿਖੀਆਂ ਹਨ। ਬਹੁਤ ਸਾਰੇ ਇਤਿਹਾਸਕਾਰਾਂ ਦੇ ਵਿਚਾਰ ਤੁਹਾਨੂੰ ਪੜ੍ਹਨ ਨੂੰ ਮਿਲ ਜਾਣਗੇ। ਆਦਿ ਗ੍ਰੰਥ ਵਿੱਚ 5 ਗੁਰੂਆਂ ਦੀ ਬਾਣੀ ਤੋਂ ਇਲਾਵਾ ਬਹੁਤ ਸਾਰੇ ਸੰਤਾਂ, ਫਕੀਰਾਂ, ਯਾਨੀ ਕਿ ਇਸ ਨੂੰ ਇੱਕ ਧਰਮ ਦਾ ਨਹੀਂ ਸਗੋਂ ਸਾਰੇ ਹੀ ਧਰਮਾਂ ਦਾ ਇੱਕ ਇਕੱਠਾ ਰੂਪ ਕਿਹਾ ਜਾ ਸਕਦਾ ਹੈ। ਓਕੇ, ਆਦਿ ਗ੍ਰੰਥ ਬਾਰੇ ਮੈਂ ਕਾਫੀ ਕੁਛ ਤੁਹਾਨੂੰ ਦੱਸ ਚੁੱਕੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੁਣ ਲਓਗੇ ਔਰ ਆਪਣੇ ਨੋਟਸ ਪ੍ਰਿਪੇਅਰ ਕਰ ਲਓਗੇ ਕਿਉਂਕਿ ਇੱਕ ਅੱਧੇ ਦਿਨ ਦੇ ਵਿੱਚ ਮੈਂ ਤੁਹਾਨੂੰ ਕੁਇਜ਼ ਸੈਂਡ ਕਰਨਾ ਆ।